ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਨਵਾਂ ਓਪਨ ਵਰਕ ਪਰਮਿਟ ਸ਼ੁਰੂ, ਈਰਾਨ ਵਾਲਿਆਂ ਨੂੰ ਮਿਲੇਗੀ ਮਦਦ। ਇਮੀਗ੍ਰੇਸ਼ਨ ਬਾਰੇ ਹੋਇਆ ਵੱਡਾ ਐਲਾਨ, ਜਾਣੋ ਕਿਹਨਾਂ ਨੂੰ ਮਿਲੇਗਾ ਇਸ ਦਾ ਫਾਇਦਾ। ਕੈਨੇਡਾ ਵਾਸੀਆਂ ਦੇ ਖਬਰਾਂ ਦੇਖਣ ਤੇ ਰੋਕ, ਗੂਗਲ ਦਾ ਵੱਡਾ ਬਿਆਨ ਆਇਆ ਸਾਹਮਣੇ। ਈਰਾਨ ਤੋਂ ਕੈਨੇਡਾ ਆਉਣ ਵਾਲਿਆਂ ਲਈ ਐਲਾਨ, ਮੰਤਰੀ ਨੇ ਦਿੱਤੀ ਇਸ ਦੀ ਜਾਣਕਾਰੀ। ਨਵਾਂ ਓਪਨ ਵਰਕ ਪਰਮਿਟ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਦੇ ਨਾਲ ਕਿਹਨਾਂ ਨੂੰ ਫਾਇਦਾ ਹੋਣ ਵਾਲਾ ਹੈ। ਇਮੀਗ੍ਰੇਸ਼ਨ ਵਿਭਾਗ ਵੱਲੋਂ ਇਸ ਦੀ ਡਿਟੇਲ ਸਾਂਝੀ ਕੀਤੀ ਗਈ ਹੈ। ਦਰਅਸਲ ਈਰਾਨ ਤੋਂ ਆਉਣ ਵਾਲਿਆਂ ਦੇ ਲਈ ਇਹ ਨਵਾਂ ਓਪਨ ਵਰਕ ਪਰਮਿਟ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਦੇ ਨਾਲ ਉਹਨਾਂ ਨੂੰ ਕੈਨੇਡਾ ਵਿੱਚ ਹੋਰ ਸਮਾਂ ਰਹਿਣ ਵਿੱਚ ਮਦਦ ਮਿਲੇਗੀ। ਇਸ ਬਾਰੇ ਕੀ IRCC ਵੱਲੋਂ ਪੂਰੀ ਅਪਡੇਟ ਦਿੱਤੀ ਗਈ, ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਇਮੀਗ੍ਰੇਸ਼ਨ ਵਿਭਾਗ ਵੱਲੋਂ ਓਪਨ ਵਰਕ ਪਰਮਿਟ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਦੱਸਿਆ ਗਿਆ ਕਿ ਹੁਣ ਇੱਕ ਨਵਾਂ ਓਪਨ ਵਰਕ ਪਰਮਿਟ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਨਾਲ ਕਿਸ ਨੂੰ ਫਾਇਦਾ ਹੋਣ ਵਾਲਾ ਹੈ, ਇਸ ਦੀ ਇਮੀਗ੍ਰੇਸ਼ਨ ਵਿਭਾਗ ਵੱਲੋਂ ਗੱਲ ਕੀਤੀ ਗਈ ਹੈ। ਦਰਅਸਲ ਇਰਾਨੀਆਂ ਵਾਸਤੇ ਓਪਨ ਵਰਕ ਪਰਮਿਟ ਕੈਨੇਡਾ ਵੱਲੋਂ ਸ਼ੁਰੂ ਕੀਤਾ ਜਾ ਰਿਹਾ ਹੈ। ਹੁਣ ਫੈਡਰਲ ਸਰਕਾਰ ਇਰਾਨੀ ਲੋਕਾਂ ਵਾਸਤੇ ਕੈਨੇਡਾ ਵਿੱਚ ਰਹਿਣਾ ਵਸਣਾ ਆਸਾਨ ਬਣਾਉਣ ਵਾਸਤੇ ਵਿਸ਼ੇਸ਼ ਅਸਥਾਈ ਉਪਾਅ ਕਰ ਰਹੀ ਹੈ। ਪੜ੍ਹਾਈ, ਵਿਜ਼ਿਟ ਜਾਂ ਫਿਰ ਕੰਮ ਵਾਸਤੇ ਕੈਨੇਡਾ ਆਉਣ ਵਾਲੇ ਇਰਾਨੀਆਂ ਦੀ ਕੈਨੇਡਾ ਵਿੱਚ ਰਹਿਣ ਦੀ ਮਿਆਦ ਵਧਾਉਣ ਅਤੇ ਹੋਰਨਾਂ ਸਟਰੀਮਾਂ ਵਿੱਚ ਅਪਲਾਈ ਕਰ ਸਕਣ ਦੀ ਅਰਜ਼ੀ ਪ੍ਰਕਿਰਿਆ 1 ਸਾਲ ਲਈ ਸਰਲ ਬਣਾਈ ਜਾ ਰਹੀ ਹੈ। 1 ਮਾਰਚ ਤੋਂ ਇਹ ਨਵਾਂ ਉਪਾਅ ਲਾਗੂ ਹੋ ਜਾਵੇਗਾ। ਕੈਨੇਡਾ ਵਿੱਚ ਪਹਿਲਾਂ ਤੋਂ ਹੀ ਮੌਜੂਦ ਇਰਾਨੀ ਲੋਕਾਂ ਵਾਸਤੇ ਇੱਕ ਨਵਾਂ ਓਪਨ ਵਰਕ ਪਰਮਿਟ ਪਾਥਵੇ ਸ਼ੁਰੂ ਕੀਤਾ ਜਾਵੇਗਾ। ਫੈਡਰਲ ਸਰਕਾਰ ਕੈਨੇਡਾ ਵਿੱਚ ਹੀ ਟਿਕੇ ਰਹਿਣ ਦੇ ਚਾਹਵਾਨ ਇਰਾਨੀ ਲੋਕਾਂ ਵਾਸਤੇ ਪ੍ਰੋਸੈਸਿੰਗ ਫੀਸ ਵੀ ਮੁਆਫ ਕਰੇਗੀ ਤੇ ਨਾਲ ਹੀ ਈਰਾਨ ਵਿੱਚ ਮੌਜੂਦ ਕੈਨੇਡੀਅਨ ਨਾਗਰਿਕਾਂ ਤੇ ਪਰਮਾਨੈਂਟ ਰੈਜ਼ੀਡੈਂਟ ਜੋ ਕਿ ਵਾਪਸ ਕੈਨੇਡਾ ਆਉਣਾ ਚਾਹੁੰਦੇ ਨੇ, ਉਹਨਾਂ ਦੇ ਪਾਸਪੋਰਟ, ਯਾਤਰਾ ਦਸਤਾਵੇਜ਼ ਅਤੇ ਨਾਗਰਿਕਤਾ ਪ੍ਰਮਾਣ ਪੱਤਰਾਂ ਦੀ ਫੀਸ ਵੀ ਮੁਆਫ ਕੀਤੀ ਜਾਵੇਗੀ। ਕੈਨੇਡਾ ਦੇ ਨੈਚੁਰਲ ਰਿਸੋਰਸਿਸ ਮਿਨਿਸਟਰ ਵੱਲੋਂ ਇਸ ਬਾਰੇ ਅਪਡੇਟ ਜਾਰੀ ਕੀਤੀ ਗਈ ਹੈ। ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਉਹਨਾਂ ਵੱਲੋਂ ਇਸ ਬਾਰੇ ਸਾਰੀ ਅਪਡੇਟ ਜਾਰੀ ਕੀਤੀ ਗਈ, ਜਿੱਥੇ ਦੱਸਿਆ ਗਿਆ ਕਿ ਇਹ ਨਵੀਂ ਆਪਸ਼ਨ ਕਦੋਂ ਅਤੇ ਕਿਸ ਤਰ੍ਹਾਂ ਲਾਗੂ ਹੋਣਗੇ ਤੇ ਇਸ ਨਾਲ ਕਿਹਨਾਂ ਨੂੰ ਕਿਵੇਂ ਫਾਇਦਾ ਹੋਣ ਵਾਲਾ ਹੈ। ਇਮੀਗ੍ਰੇਸ਼ਨ ਬਾਰੇ ਇੱਕ ਵੱਡਾ ਐਲਾਨ ਹੋਇਆ, ਜਿੱਥੇ ਦੱਸਿਆ ਗਿਆ ਕਿ ਭਵਿੱਖ ਵਿੱਚ ਸੁਧਾਰ ਕਿਵੇਂ ਕੀਤਾ ਜਾਵੇਗਾ। ਇਮੀਗ੍ਰੇਸ਼ਨ ਮੰਤਰੀ ਵੀ ਇਸ ਬਾਰੇ ਗੱਲ ਕਰਦੇ ਹੋਏ ਦਿਖਾਈ ਦਿੱਤੇ ਤੇ ਉਹਨਾਂ ਵੱਲੋਂ ਨਵੀਂ ਪ੍ਰੋਗਰਾਮ ਦੀ ਜਾਣਕਾਰੀ ਸਾਂਝੀ ਕੀਤੀ। ਹੁਣ ਇਸ ਪ੍ਰੋਗਰਾਮ ਦੇ ਨਾਲ ਕਿਹਨਾਂ ਨੂੰ ਫਾਇਦਾ ਹੋਵੇਗਾ ਤੇ ਇਸ ਬਾਰੇ ਕੀ ਹੈ ਪੂਰੀ ਅਪਡੇਟ, ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਇਮੀਗ੍ਰੇਸ਼ਨ ਨਾਲ ਜੁੜਿਆ ਹੋਇਆ IRCC ਵੱਲੋਂ ਵੱਡਾ ਐਲਾਨ ਕੀਤਾ ਗਿਆ, ਜਿੱਥੇ ਦੱਸਿਆ ਗਿਆ ਕਿ ਭਵਿੱਖ ਵਾਸਤੇ ਹੁਣ ਇਮੀਗ੍ਰੇਸ਼ਨ ਸੰਬੰਧੀ ਕੀ ਕਦਮ ਚੁੱਕਿਆ ਜਾ ਰਿਹਾ ਹੈ। ਪ੍ਰੈਸ ਰਿਲੀਜ਼ ਦੇ ਵਿੱਚ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਉਹਨਾਂ ਵੱਲੋਂ ਇੱਕ ਨਵਾਂ ਬ੍ਰੌਡ ਬੇਸਡ ਇੰਗੇਜਮੈਂਟ ਵੈਂਚਰ ਸ਼ੁਰੂ ਕੀਤਾ ਜਾ ਰਿਹਾ ਹੈ, ਜੋ ਕਿ ਕੈਨੇਡਾ ਦੇ ਭਵਿੱਖ ਵਾਸਤੇ ਹੋਵੇਗਾ। ਇਸ ਨੂੰ ਐਨ ਇਮੀਗ੍ਰੇਸ਼ਨ ਸਿਸਟਮ ਫਾਰ ਕੈਨੇਡਾਜ਼ ਫਿਊਚਰ ਦਾ ਨਾਮ ਦਿੱਤਾ ਗਿਆ। ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਇਸ ਨਾਲ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਵਿੱਚ ਮਜ਼ਬੂਤੀ ਆਵੇਗੀ ਤੇ ਕਾਫੀ ਬਦਲਾਅ ਵੀ ਹੋਣਗੇ। ਇਸ ਬਾਰੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਵੀ ਗੱਲਬਾਤ ਕੀਤੀ ਗਈ, ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਇਹ ਉਪਰਾਲਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਕਿਉਂ ਕੀਤਾ ਜਾ ਰਿਹਾ ਹੈ। ਇੱਥੇ ਦੱਸ ਦਈਏ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਇੱਕ ਹੋਰ ਵੱਡੀ ਖਬਰ ਸਾਹਮਣੇ, ਜਿੱਥੇ ਦੱਸਿਆ ਗਿਆ ਕਿ 1 ਸਾਲ ਦੇ ਵਿੱਚ ਕਿੰਨੇ PR ਕੈਨੇਡਾ ਵਿੱਚ ਆਏ ਹਨ। ਸਾਲ 2022 ਦੇ ਅੰਕੜੇ ਦੱਸਦੇ ਨੇ ਕਿ ਰਿਕਾਰਡ ਤੋੜ ਨਵੇਂ PR ਦਾ ਕੈਨੇਡਾ ਵੱਲੋਂ ਸਵਾਗਤ ਕੀਤਾ ਗਿਆ, ਜਿਨ੍ਹਾਂ ਦੀ ਗਿਣਤੀ 4,37,000 ਤੋਂ ਵੱਧ ਦੱਸੀ ਗਈ ਹੈ। ਪਹਿਲਾਂ ਦੇ ਮੁਕਾਬਲੇ ਇਸ ਵਿੱਚ ਇੱਕ ਵੱਡਾ ਅੰਕੜਾ ਦਰਜ ਕੀਤਾ ਗਿਆ। ਇਸ ਬਾਰੇ ਹਾਲ ਹੀ ਦੇ ਵਿੱਚ ਪ੍ਰੈਸ ਰਿਲੀਜ਼ ਜਾਰੀ ਕਰਦਿਆਂ ਇਮੀਗ੍ਰੇਸ਼ਨ ਵਿਭਾਗ ਵੱਲੋਂ ਡਿਟੇਲ ਸਾਂਝੀ ਕੀਤੀ ਗਈ ਸੀ ਤੇ ਹੁਣ ਉਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਭਵਿੱਖ ਵਾਸਤੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਕਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਕਿ ਸਿਸਟਮ ਨੂੰ ਹੋਰ ਵੀ ਬਿਹਤਰ ਬਣਾਇਆ ਜਾ ਸਕੇ। ਬਹੁਤ ਸਾਰੇ ਕੈਨੇਡੀਅਨਸ ਗੂਗਲ ਉੱਤੇ ਹੁਣ ਖਬਰਾਂ ਨਹੀਂ ਦੇਖ ਪਾ ਰਹੇ, ਜਿਸ ਤੋਂ ਬਾਅਦ ਕਈਆਂ ਨੇ ਇਸ ਸੰਬੰਧੀ ਗੱਲ ਵੀ ਚੁੱਕੀ ਸੀ। ਗੂਗਲ ਵੱਲੋਂ ਇਸ ਬਾਰੇ ਜਵਾਬ ਦਿੱਤਾ ਗਿਆ, ਜਿੱਥੇ ਉਹਨਾਂ ਨੇ ਇੱਕ ਨਵੇਂ ਬਿੱਲ ਦਾ ਜ਼ਿਕਰ ਕੀਤਾ ਜੋ ਕਿ ਫੈਡਰਲ ਸਰਕਾਰ ਵੱਲੋਂ ਲਿਆਂਦਾ ਗਿਆ, ਜਿਸ ਸੰਬੰਧੀ ਹੁਣ ਕੈਨੇਡੀਅਨਸ ਗੂਗਲ ਦੇ ਉੱਪਰ ਖਬਰਾਂ ਆਸਾਨੀ ਦੇ ਨਾਲ ਨਹੀਂ ਦੇਖ ਪਾ ਰਹੇ। ਕੁਝ ਕੈਨੇਡੀਅਨਸ ਗੂਗਲ ਉੱਤੇ ਖਬਰਾਂ ਨਹੀਂ ਦੇਖ ਪਾ ਰਹੇ। ਆਨਲਾਈਨ ਖਬਰਾਂ ਦੇਖਣ ਵਿੱਚ ਉਹਨਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਤੇ ਹੁਣ ਪਤਾ ਚੱਲਿਆ ਕਿ ਆਖਿਰਕਾਰ ਕੁਝ ਕੈਨੇਡੀਅਨਸ ਨੂੰ ਗੂਗਲ ਤੇ ਆਨਲਾਈਨ ਖਬਰਾਂ ਦੇਖਣ ਤੋਂ ਕਿਉਂ ਰੋਕਿਆ ਜਾ ਰਿਹਾ ਹੈ। ਲਿਬਰਲ ਸਰਕਾਰ ਵੱਲੋਂ ਇੱਕ ਬਿੱਲ C-18 ਲਿਆਂਦਾ ਗਿਆ ਸੀ, ਖਾਸ ਤੌਰ ਤੇ ਉੱਪਰ ਇਸ ਦਾ ਜ਼ਿਕਰ ਹੋ ਰਿਹਾ ਹੈ। ਜੀ ਹਾਂ, ਗੂਗਲ ਕੁਝ ਕੈਨੇਡੀਅਨ ਗ੍ਰਾਹਕਾਂ ਨੂੰ ਖਬਰਾਂ ਦੀ ਸਮੱਗਰੀ ਦੇਖਣ ਲਈ ਰੋਕ ਰਿਹਾ ਹੈ। ਕੰਪਨੀ ਦਾ ਕਹਿਣਾ ਹੈ ਕਿ ਲਿਬਰਲ ਸਰਕਾਰ ਦੀ ਆਨਲਾਈਨ ਨਿਊਜ਼ ਬਿੱਲ ਦੇ ਸੰਭਾਵੀ ਜਵਾਬ ਦਾ ਇੱਕ ਟੈਸਟ ਹੈ। ਆਨਲਾਈਨ ਨਿਊਜ਼ ਐਕਟ, ਜਿਸ ਨੂੰ ਕਿ ਬਿੱਲ C-18 ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਉਸ ਦੇ ਮੁਤਾਬਕ ਗੂਗਲ ਅਤੇ ਮੈਟਾ ਵਰਗੇ ਡਿਜੀਟਲ ਦਿੱਗਜ ਆਪਣੀ ਵੱਖ-ਵੱਖ ਪਲੇਟਫਾਰਮਸ ਤੇ ਕੰਟੈਂਟ ਨੂੰ ਮੁੜ ਪ੍ਰਕਾਸ਼ਿਤ ਕੈਨੇਡੀਅਨ ਮੀਡੀਆ ਕੰਪਨੀਆਂ ਨੂੰ ਮੁਆਵਜ਼ਾ ਦੇਣਗੇ। ਕੰਪਨੀ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਹ ਆਪਣੇ 4% ਕੈਨੇਡੀਅਨ ਗ੍ਰਾਹਕਾਂ ਵਾਸਤੇ ਖਬਰਾਂ ਦੀ ਸਮੱਗਰੀ ਤੱਕ ਪਹੁੰਚ ਨੂੰ ਅਸਥਾਈ ਤੌਰ ਤੇ ਸੀਮਤ ਕਰ ਰਹੇ ਨੇ। ਇਹ ਬਦਲਾਅ ਸਰਚ ਇੰਜਨ ਦੇ ਨਾਲ ਐਂਡਰੋਇਡ ਡਿਵਾਈਸ ਤੇ ਵੀ ਲਾਗੂ ਹੁੰਦਾ ਹੈ, ਜੋ ਕਿ ਖਬਰਾਂ ਅਤੇ ਖੇਡ ਵਾਸਤੇ ਕਹਾਣੀਆਂ ਰੱਖਦੇ ਨੇ।
ਕੰਪਨੀ ਨੇ ਕਿਹਾ ਕਿ ਟੈਸਟ ਦੁਆਰਾ ਸਾਰੀਆਂ ਕਿਸਮਾਂ ਦੀਆਂ ਖਬਰਾਂ ਦੀ ਸਮੱਗਰੀ ਪ੍ਰਭਾਵਿਤ ਹੋ ਰਹੀ ਹੈ, ਜੋ ਕਿ ਲਗਭਗ 5 ਹਫ਼ਤੇ ਤੱਕ ਚੱਲੇਗੀ। ਇਸ ਨਾਲ ਕੈਨੇਡੀਅਨ ਅਖਬਾਰਾਂ ਦੁਆਰਾ ਬਣਾਈ ਗਈ ਸਮੱਗਰੀ ਵੀ ਸ਼ਾਮਿਲ ਹੈ। ਗੂਗਲ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਬਿੱਲ C18 ਦੇ ਸੰਭਾਵੀ ਉਤਪਾਦ ਜਵਾਬਾਂ ਦੀ ਸੰਖੇਪ ਦੇ ਵਿੱਚ ਜਾਂਚ ਕਰ ਰਹੇ ਹਾਂ, ਜੋ ਕੈਨੇਡੀਅਨ ਉਪਭੋਗਤਾਵਾਂ ਦੇ ਘੱਟ ਪ੍ਰਤੀਸ਼ਤ ਨੂੰ ਪ੍ਰਭਾਵਿਤ ਕਰਦੇ ਹਨ। ਦੱਸ ਦਈਏ ਕਿ ਕੈਨੇਡਾ ਵਿੱਚ ਸਾਲ 2018 ਤੋਂ ਹੁਣ ਤੱਕ 450 ਤੋਂ ਵੱਧ ਨਿਊਜ਼ ਆਊਟਲੈਟ ਬੰਦ ਹੋ ਚੁੱਕੇ ਨੇ। ਲੰਘੇ 2 ਸਾਲਾਂ ਦੇ ਵਿੱਚ ਇਹ ਗਿਣਤੀ 64 ਦਰਜ ਕੀਤੀ ਗਈ। ਕੈਨੇਡਾ ਦੇ ਇੱਕ ਹਿੱਸੇ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ 2 ਵਾਹਨ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਦੌਰਾਨ ਇੱਕ ਦੀ ਜਾਨ ਚਲੀ ਗਈ ਤੇ ਇੱਕ ਜ਼ਖਮੀ ਦੱਸਿਆ ਜਾ ਰਿਹਾ ਹੈ। ਪੀੜਤਾਂ ਦੀ ਪਹਿਚਾਣ ਅਜੇ ਤੱਕ ਜਨਤਕ ਨਹੀਂ ਕੀਤੀ ਗਈ। ਪੁਲਿਸ ਅਧਿਕਾਰੀ ਮਾਮਲੇ ਦੀ ਵਧੇਰੇ ਜਾਂਚ ਪੜਤਾਲ ਕਰ ਰਹੇ ਹਨ। ਪੀਟਰਬਰਗ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ 2 ਵਾਹਨ ਹਾਦਸੇ ਦਾ ਸ਼ਿਕਾਰ ਹੋਏ ਨੇ। ਹਾਦਸੇ ਦੌਰਾਨ ਇੱਕ ਦੀ ਜਾਨ ਚਲੀ ਗਈ ਤੇ ਦੂਸਰਾ ਜ਼ਖਮੀ ਦੱਸਿਆ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਵੱਲੋਂ ਘਟਨਾ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਉਹਨਾਂ ਵੱਲੋਂ ਹੁਣ ਤੱਕ ਦੀ ਅਪਡੇਟ ਦਿੱਤੀ ਗਈ। ਆਫੀਸਰਸ ਦੇ ਦੱਸਣ ਮੁਤਾਬਕ ਰਾਤ ਵੇਲੇ 2 ਵਾਹਨ ਹਾਦਸੇ ਦਾ ਸ਼ਿਕਾਰ ਹੋ ਗਏ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਦੂਸਰਾ ਜ਼ਖਮੀ ਹੋ ਗਿਆ। ਐਮਰਜੈਂਸੀ ਕ੍ਰੂਜ਼ ਨੂੰ ਮੌਕੇ ਵਾਲੀ ਥਾਂ ਦੇ ਉੱਪਰ ਬੁਲਾਇਆ ਗਿਆ। ਇਹ ਘਟਨਾ 7 ਵਜੇ ਦੇ ਕਰੀਬ 5th ਲੇਨ ਅਤੇ ਲਿੰਸੇ ਰੋਡ ਦੇ ਨੇੜੇ ਵਾਪਰੀ ਹੈ। ਓਨਟਾਰੀਓ ਪੁਲਿਸ ਦੇ ਦੱਸਣ ਮੁਤਾਬਕ ਜਿਸ ਵਿਅਕਤੀ ਦੀ ਜਾਨ ਗਈ ਉਸ ਨੂੰ ਮੌਕੇ ਵਾਲੀ ਥਾਂ ਦੇ ਉੱਪਰ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਜੋ ਦੂਸਰਾ ਵਿਅਕਤੀ ਜ਼ਖਮੀ ਹੋਇਆ ਉਸ ਨੂੰ ਪੀੜਤ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ। ਫਿਲਹਾਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਹ ਹਾਦਸਾ ਕਿਵੇਂ ਵਾਪਰਿਆ, ਕਿਉਂਕਿ ਹਾਦਸੇ ਦੇ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕੇ। ਘਟਨਾ ਵਾਲੀ ਥਾਂ ਨੂੰ ਕੁਝ ਦੇਰ ਲਈ ਬੰਦ ਰੱਖਿਆ ਗਿਆ ਤੇ ਇਸ ਸੰਬੰਧੀ ਜਾਂਚ ਪੜਤਾਲ ਕੀਤੀ ਗਈ। ਫਿਲਹਾਲ ਪੀੜਤਾਂ ਦੀ ਪਹਿਚਾਣ ਅਜੇ ਤੱਕ ਜਨਤਕ ਨਹੀਂ ਕੀਤੀ ਗਈ। ਪੁਲਿਸ ਅਧਿਕਾਰੀ ਮਾਮਲੇ ਦੀ ਵਧੇਰੇ ਜਾਂਚ ਕਰ ਰਹੇ ਨੇ, ਜਿਸ ਤੋਂ ਬਾਅਦ ਅਗਲੀ ਅਪਡੇਟ ਦਿੱਤੀ ਜਾਵੇਗੀ। ਟੋਰਾਂਟੋ ਦੇ ਵਿੱਚ ਹੁਣ ਜਲਦ ਚੋਣਾਂ ਹੋਣ ਜਾ ਰਹੀਆਂ ਨੇ। ਮੇਅਰ ਦੀ ਕੁਰਸੀ ਵਾਸਤੇ ਦੁਬਾਰਾ ਤੋਂ ਚੋਣਾਂ ਹੋਣਗੀਆਂ। ਦੱਸ ਦਈਏ ਕਿ ਸਾਬਕਾ ਮੇਅਰ ਜੌਨ ਟੋਰੀ ਵੱਲੋਂ ਆਪਣੇ ਅਹੁਦੇ ਨੂੰ ਛੱਡਣ ਦਾ ਐਲਾਨ ਕੀਤਾ ਗਿਆ। ਉਹਨਾਂ ਵੱਲੋਂ ਅਹੁਦਾ ਕਿਉਂ ਛੱਡਿਆ ਗਿਆ, ਇਹ ਕਾਰਨ ਵੀ ਸਪਸ਼ਟ ਕੀਤਾ ਗਿਆ ਤੇ ਹੁਣ ਜਲਦ ਹੀ ਇੱਥੇ ਨਵੇਂ ਮੇਅਰ ਵਾਸਤੇ ਚੋਣ ਹੋਣ ਜਾ ਰਹੀ ਹੈ। ਟੋਰਾਂਟੋ ਦੇ ਨਵੇਂ ਮੇਅਰ ਦੀ ਜਲਦ ਹੀ ਚੋਣ ਹੋਣ ਵਾਲੀ ਹੈ, ਜਿੱਥੇ 26 ਜੂਨ ਨੂੰ ਦੁਬਾਰਾ ਚੋਣਾਂ ਕਰਵਾਈਆਂ ਜਾਣਗੀਆਂ। ਜੀ ਹਾਂ, ਸਾਬਕਾ ਮੇਅਰ ਜੌਨ ਟੋਰੀ ਦੇ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਹੁਣ ਇੱਥੇ ਟੋਰਾਂਟੋ ਵਿੱਚ 26 ਜੂਨ ਨੂੰ ਦੁਬਾਰਾ ਮੇਅਰ ਵਾਸਤੇ ਚੋਣਾਂ ਹੋਣਗੀਆਂ। ਇਸ ਬਾਰੇ ਟੋਰਾਂਟੋ ਸਿਟੀ ਕਲਰਕ ਵੱਲੋਂ ਐਲਾਨ ਕੀਤਾ ਗਿਆ, ਜਿਸ ਦੀ ਡਿਟੇਲ ਉਹਨਾਂ ਨੇ ਨਿਊਜ਼ ਰਿਲੀਜ਼ ਵਿੱਚ ਸਾਂਝੀ ਕੀਤੀ ਹੈ। ਦੱਸ ਦਈਏ ਕਿ ਸਾਬਕਾ ਮੇਅਰ ਵੱਲੋਂ 17 ਫਰਵਰੀ ਨੂੰ ਅਸਤੀਫੇ ਦਾ ਐਲਾਨ ਕੀਤਾ ਗਿਆ। ਉਹਨਾਂ ਵੱਲੋਂ ਆਪਣੇ ਸਟਾਫ ਮੈਂਬਰ ਦੇ ਨਾਲ ਰਿਸ਼ਤਾ ਹੋਣ ਦੀ ਗੱਲ ਕਬੂਲੀ ਗਈ ਤੇ ਨਾਲ ਹੀ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਉਹ ਆਪਣਾ ਅਹੁਦਾ ਛੱਡਣ ਜਾ ਰਹੇ ਨੇ। ਉਹਨਾਂ ਦੇ ਇਸ ਅਸਤੀਫੇ ਦੇ ਐਲਾਨ ਤੋਂ ਬਾਅਦ ਕਈ ਹੈਰਾਨ ਹੋ ਗਏ। ਹੁਣ ਸਿਟੀ ਵੱਲੋਂ ਇਸ ਬਾਰੇ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਗਿਆ ਕਿ ਮੇਅਰ ਦੀਆਂ ਜੋ ਮੁੜ ਤੋਂ ਚੋਣਾਂ ਹੋਣ ਜਾ ਰਹੀਆਂ ਨੇ, ਇਸ ਦੇ ਉੱਪਰ $13 ਮਿਲੀਅਨ ਤੱਕ ਦਾ ਖਰਚ ਆ ਸਕਦਾ ਹੈ। ਅਕਤੂਬਰ ਦੀ ਮਿਊਨਿਸਪਲ ਚੋਣਾਂ ਦੇ ਵਿੱਚ $14.5 ਮਿਲੀਅਨ ਦੀ ਕੀਮਤ ਦੀ ਗੱਲ ਉਹਨਾਂ ਵੱਲੋਂ ਕਹੀ ਗਈ ਹੈ। ਹੁਣ ਦੁਬਾਰਾ ਤੋਂ ਜੋ ਚੋਣਾਂ ਹੋਣ ਜਾ ਰਹੀਆਂ ਨੇ, ਦੇਖਣਾ ਹੋਵੇਗਾ ਕਿ ਉਸ ਦੇ ਵਿੱਚ ਦੁਬਾਰਾ ਟੋਰਾਂਟੋ ਦੇ ਮੇਅਰ ਕੌਣ ਬਣਦੇ ਨੇ। ਬਾਰਡਰ ਟੱਪ ਕੇ ਆਉਣ ਵਾਲਿਆਂ ਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਮੁੱਦਾ ਚੁੱਕਿਆ ਜਾਵੇਗਾ। ਇਹ ਮੁੱਦਾ ਖੁਦ ਉਹ ਰਾਸ਼ਟਰਪਤੀ ਬਾਈਡਨ ਦੇ ਅੱਗੇ ਚੁੱਕਣਗੇ। ਦੱਸ ਦਈਏ ਕਿ ਰਾਸ਼ਟਰਪਤੀ ਬਾਈਡਨ ਕੈਨੇਡਾ ਦੇ ਦੌਰੇ ਤੇ ਆਉਣ ਵਾਲੇ ਨੇ ਜਦੋਂ ਇਹ ਮੁੱਦਾ ਚੁੱਕਿਆ ਜਾਵੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸੇਫ ਥਰਡ ਕੰਟਰੀ ਐਗਰੀਮੈਂਟ ਦਾ ਮੁੱਦਾ ਚੁੱਕਿਆ ਜਾਵੇਗਾ। ਜਿਸ ਵੇਲੇ ਬਾਈਡਨ ਕੈਨੇਡਾ ਦੇ ਦੌਰੇ ਤੇ ਉੱਪਰ ਆਉਣਗੇ ਤਾਂ ਇਸ ਮੌਕੇ ਟਰੂਡੋ ਵੱਲੋਂ ਇਸ ਸੰਬੰਧੀ ਗੱਲਬਾਤ ਕੀਤੀ ਜਾਵੇਗੀ। ਜੀ ਹਾਂ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਅਗਲੇ ਮਹੀਨੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਕੈਨੇਡਾ ਦੌਰੇ ਦੌਰਾਨ ਉਹਨਾਂ ਦੇ ਸੇਫਟੀ ਥਰਡ ਕੰਟਰੀ ਐਗਰੀਮੈਂਟ ਨਾਲ ਮੁੜ ਗੱਲਬਾਤ ਕਰਨ ਲਈ ਦਬਾਅ ਪਾਉਣਗੇ। ਇਸ ਸਮਝੌਤੇ ਅਧੀਨ ਕੈਨੇਡਾ ਤੇ ਯੂਐਸ ਨੇ ਇੱਕ ਦੂਸਰੇ ਨੂੰ ਪਨਾਹਗੀਰਾਂ ਵਾਸਤੇ ਸੁਰੱਖਿਅਤ ਐਲਾਨਿਆ ਹੋਇਆ ਹੈ ਤੇ ਪਨਾਹ ਮੰਗਣ ਵਾਲੇ ਸ਼ਖਸ ਨੂੰ ਪਹਿਲਾਂ ਪਹੁੰਚੇ ਦੇਸ਼ ਵਿੱਚ ਪਨਾਹ ਦਾ ਕਲੇਮ ਲਗਾਉਣਾ ਜ਼ਰੂਰੀ ਹੁੰਦਾ ਹੈ, ਜਿਸ ਦਾ ਮਤਲਬ ਹੈ ਕਿ ਜਿਹੜੇ ਲੋਕ ਯੂਐਸ ਰਾਹੀਂ ਕੈਨੇਡਾ ਪਨਾਹ ਮੰਗਣ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਪੋਰਟ ਆਫ ਐਂਟਰੀ ਤੋਂ ਵਾਪਸ ਭੇਜ ਦਿੱਤਾ ਜਾਂਦਾ ਹੈ। ਕੈਨੇਡਾ ਦੇ ਸੇਫ ਥਰਡ ਕੰਟਰੀ ਐਗਰੀਮੈਂਟ ਵਿੱਚ ਤਬਦੀਲੀ ਕਰਨ ਦਾ ਤਰਕ ਹੈ ਕਿ ਜੇ ਕੈਨੇਡਾ ਇੰਜ ਕਰਦਾ ਹੈ ਤਾਂ ਪਨਾਹਗੀਰਾਂ ਨੂੰ ਰੌਕਸਮ ਰੋਡ ਵਰਗੀਆਂ ਗੈਰ ਕਾਨੂੰਨੀ ਬਾਰਡਰ ਕ੍ਰਾਸਿੰਗ ਰਾਹੀਂ ਕੈਨੇਡਾ ਨਹੀਂ ਆਉਣਾ ਪਵੇਗਾ। ਤਾਜ਼ਾ ਸਿਆਸੀ ਦਬਾਅ ਦੇ ਮੱਦੇਨਜ਼ਰ ਟਰੂਡੋ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਅਮਰੀਕਾ ਨਾਲ ਸੇਫ ਥਰਡ ਕੰਟਰੀ ਐਗਰੀਮੈਂਟ ਤੇ ਮੁੜ ਗੱਲਬਾਤ ਕਰਨ ਤੇ ਕੰਮ ਕਰ ਰਹੀ ਹੈ ਤੇ ਉਹਨਾਂ ਵਾਅਦਾ ਕੀਤਾ ਕਿ ਬਾਈਡਨ ਦੀ ਫੇਰੀ ਦੌਰਾਨ ਉਹ ਖੁਦ ਉਹਨਾਂ ਦੀ ਸਨਮੁਖ ਇਹ ਮੁੱਦਾ ਚੁੱਕਣਗੇ। ਦੱਸੀਏ ਕਿ ਫੈਡਰਲ ਸਰਕਾਰ ਦੇ ਅੰਕੜੇ ਦੱਸਦੇ ਨੇ ਕਿ ਸਾਲ 2022 ਵਿੱਚ 39,000 ਤੋਂ ਵੱਧ ਲੋਕਾਂ ਨੇ ਅਣਅਧਿਕਾਰਤ ਸਰਹੱਦੀ ਲਾਂਘਾ ਪਾਰ ਕਰਕੇ ਕਿਊਬੈਕ ਵਿੱਚ ਰਿਫਿਊਜੀ ਕਲੇਮ ਫਾਈਲ ਕੀਤਾ, ਜਿਸ ਵਿੱਚੋਂ ਜ਼ਿਆਦਾਤਰ ਲੋਕ ਰੌਕਸਮ ਰੋਡ ਰਾਹੀਂ ਪਹੁੰਚੇ। ਸਾਲ 2022 ਵਿੱਚ ਕੈਨੇਡਾ ਅੰਦਰ ਪਨਾਹ ਦੇ ਕੁੱਲ ਕਲੇਮਾਂ ਵਿੱਚੋਂ 64% ਕਿਊਬੈਕ ਦੇ ਵਿੱਚ ਫਾਈਲ ਕੀਤੇ ਗਏ।
ਕਿਸੇ ਪ੍ਰਵਾਸੀ ਵਾਸਤੇ ਅਧਿਕਾਰਤ ਲਾਂਘੇ ਤੋਂ ਇਲਾਵਾ ਹੋਰ ਕਿਤੋਂ ਵੀ ਸਰਹੱਦ ਪਾਰ ਕਰਨਾ ਗੈਰ ਕਾਨੂੰਨੀ ਹੈ। ਪਰ ਇੱਕ ਵਾਰ ਜਦੋਂ ਕੋਈ ਵਿਅਕਤੀ ਕੈਨੇਡਾ ਵਿੱਚ ਦਾਖਲ ਹੋ ਜਾਂਦਾ ਹੈ ਤਾਂ ਉਸ ਨੂੰ ਕਾਨੂੰਨੀ ਤੌਰ ਤੇ ਪਨਾਹ ਵਾਸਤੇ ਅਰਜ਼ੀ ਦੇਣ ਦੀ ਇਜਾਜ਼ਤ ਹੁੰਦੀ ਹੈ, ਜੋ ਕਿ ਰਿਫਿਊਜੀ ਸਟੇਟਸ ਵੱਲ ਇੱਕ ਕਦਮ ਹੈ। ਇਸ ਬਾਰੇ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਉਸਨੇ ਕਿਊਬੈਕ ਵਿੱਚ ਆਉਣ ਵਾਲੇ ਪ੍ਰਵਾਸੀਆਂ ਨੂੰ ਆਟਵਾ ਅਤੇ ਨਾਇਗਰਾ ਫਾਲਸ ਵਰਗੇ ਸ਼ਹਿਰਾਂ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ। ਐਟਲਾਂਟਿਕ ਸੂਬਿਆਂ ਨੇ ਵੀ ਹੋਰ ਯੋਗਦਾਨ ਪਾਉਣ ਦੀ ਇੱਛਾ ਪ੍ਰਗਟਾਈ ਹੈ। ਹੁਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਾਅਦਾ ਕੀਤਾ ਹੈ ਕਿ ਜੇਕਰ ਐਟਲਾਂਟਿਕ ਸੂਬੇ ਕਿਊਬੈਕ ਪਹੁੰਚਣ ਵਾਲੇ ਪਨਾਹਗੀਰਾਂ ਦੀ ਮੇਜ਼ਬਾਨੀ ਕਰਨ ਵਾਸਤੇ ਸਹਿਮਤ ਹੁੰਦੇ ਨੇ ਤਾਂ ਫੈਡਰਲ ਸਰਕਾਰ ਵਿੱਤੀ ਮਦਦ ਵੀ ਕਰੇਗੀ। ਈਰਾਨ ਤੋਂ ਕੈਨੇਡਾ ਆਉਣ ਵਾਲਿਆਂ ਲਈ ਵੱਡਾ ਐਲਾਨ ਹੋਇਆ, ਜਿੱਥੇ ਮੰਤਰੀਆਂ ਵੱਲੋਂ ਦੱਸਿਆ ਗਿਆ ਕਿ ਈਰਾਨ ਤੋਂ ਜਿਹੜੇ ਕੈਨੇਡਾ ਆਉਣਗੇ ਹੁਣ ਉਹਨਾਂ ਵਾਸਤੇ ਕਿਹੜੇ ਕਦਮ ਚੁੱਕੇ ਜਾ ਰਹੇ ਨੇ ਤੇ ਉਹਨਾਂ ਨੂੰ ਕੀ ਫਾਇਦਾ ਹੋਵੇਗਾ। ਈਰਾਨ ਤੋਂ ਕੈਨੇਡਾ ਆਉਣ ਵਾਲਿਆਂ ਦੀ ਮਦਦ ਕਿਸ ਤਰ੍ਹਾਂ ਕੀਤੀ ਜਾ ਰਹੀ ਹੈ, ਇਸ ਬਾਰੇ ਮੰਤਰੀਆਂ ਵੱਲੋਂ ਅਪਡੇਟ ਜਾਰੀ ਕੀਤੀ ਗਈ। ਇਸ ਸੰਬੰਧੀ ਨਾਰਥ ਵੈਨਕੂਵਰ ਦੇ ਵਿੱਚ ਨਿਊਜ਼ ਕਾਨਫਰੰਸ ਦੇਖਣ ਨੂੰ ਮਿਲੀ, ਜਿੱਥੇ ਨੈਚੁਰਲ ਰਿਸੋਰਸਿਸ ਮਿਨਿਸਟਰ ਵੱਲੋਂ ਦੱਸਿਆ ਗਿਆ ਕਿ ਜਿਹੜੇ ਈਰਾਨ ਨਾਲ ਸੰਬੰਧਿਤ ਲੋਕ ਨੇ ਉਹਨਾਂ ਦੀ ਕੈਨੇਡਾ ਆਉਣ ਤੇ ਕਿਸ ਤਰ੍ਹਾਂ ਮਦਦ ਕੀਤੀ ਜਾ ਰਹੀ ਹੈ ਤੇ ਸਰਕਾਰ ਵੱਲੋਂ ਇਸ ਸੰਬੰਧੀ ਕੀ ਉਪਰਾਲੇ ਕੀਤੇ ਜਾ ਰਹੇ ਨੇ। ਇਸ ਮੌਕੇ ਤੇ ਉਹਨਾਂ ਵੱਲੋਂ ਕੀ ਕੁਝ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। Over the past few months, we have seen a significant crisis in Iran. The tragic death of Mahsa Amini at the hands of Iran's so-called morality police and the subsequent repression of peaceful protesters has cost hundreds of lives and drawn the world's attention. Protesters have faced extreme sentences, including in some cases the death sentence. All of this is part of a blatant pattern of disregard for the human rights that have been shown by the Iranian regime. We will all recall that it was just 3 years ago that the lives of 55 Canadian citizens and 30 permanent residents were lost when Flight PS752 was shot down. Canada lost many gifted, bright, hardworking, deeply committed people that day. The academic and local business communities have particularly felt this loss. En réponse à la situation actuelle en Iran, le Canada a notamment reconnu que le régime iranien se livrait à des violations flagrantes et systémiques des droits de la personne et à des activités terroristes. Les autres responsables du régime sont ainsi interdits de territoire au Canada en vertu de la loi sur l'immigration et la protection des réfugiés. In response to the Iranian regime's continued oppression, Canada implemented a comprehensive program of sanctions, including designating the Iranian government and the IRGC as engaging in gross or systematic human rights violations and terrorism. This meant that 10,000 top regime officials and IRGC leaders are banned from Canada forever. We have also provided substantial resources to the RCMP to identify, freeze, and seize the ill-gotten gains of corrupt regime officials, and to assist those who remain in custody in Iran for the simple act of standing up for their human rights. ਬ੍ਰਿਟਿਸ਼ ਕੋਲੰਬੀਆ ਵਾਸਤੇ ਫੰਡਿੰਗ ਜਾਰੀ ਕੀਤੀ ਜਾ ਰਹੀ ਹੈ। ਇਸ ਨਾਲ ਕਿਸ ਨੂੰ ਫਾਇਦਾ ਹੋਵੇਗਾ, ਇਸ ਬਾਰੇ ਵੀ ਮੰਤਰੀ ਗੱਲ ਕਰਦੇ ਹੋਏ ਦਿਖਾਈ ਦਿੱਤੇ, ਜਿੱਥੇ ਦੱਸਿਆ ਗਿਆ ਕਿ ਬ੍ਰਿਟਿਸ਼ ਕੋਲੰਬੀਆ ਵਾਸਤੇ ਇਹ ਡਿਜ਼ਾਸਟਰ ਸੰਬੰਧੀ ਫੰਡਿੰਗ ਕਿਉਂ ਜਾਰੀ ਕੀਤੀ ਗਈ। ਬ੍ਰਿਟਿਸ਼ ਕੋਲੰਬੀਆ ਡਿਜ਼ਾਸਟਰ ਰਿਕਵਰੀ ਫੰਡਿੰਗ ਦਾ ਫੈਡਰਲ ਮਿਨਿਸਟਰ ਵੱਲੋਂ ਐਲਾਨ ਕੀਤਾ ਗਿਆ। ਇਸ ਦੀ ਜਾਣਕਾਰੀ ਉਹਨਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੀ ਕੀਤੀ ਗਈ ਤੇ ਨਾਲ ਹੀ ਉਹਨਾਂ ਵੱਲੋਂ ਨਵੰਬਰ 2021 ਦਾ ਵੀ ਜ਼ਿਕਰ ਕੀਤਾ ਗਿਆ। ਇਸ ਮੌਕੇ ਹੁਣ ਫੰਡਿੰਗ ਬਾਰੇ ਕੀ ਕੁਝ ਦੱਸਿਆ ਜਾ ਰਿਹਾ ਹੈ, ਇਸ ਦੇ ਨਾਲ ਕਿਵੇਂ ਮਦਦ ਕੀਤੀ ਜਾਣੀ ਹੈ, ਮੰਤਰੀ ਵੱਲੋਂ ਕੀ ਕੁਝ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ। So the decision as to what would be funded is based on that eligibility criteria agreed to between the province and the federal government. We provide the money to the province, as we've done today. And the province works very closely with regional and municipal governments and with impacted businesses and residents here in British Columbia. And there's a number of other significant expenses that were also incurred by the province of British Columbia for critical infrastructure. Bridges that were washed out, highways, culverts, some of the rail lines. And so that work has, and I reflect a little bit on the extraordinary work that was done to reopen the Coquihalla in the immediate aftermath of these floods. And our initial assessment that it could have taken several months. And in fact, that work was completed adequate to open up that highway within 6 weeks. But that was an expensive response, and federal dollars are there to help. I think the question that you ask about, how that we can be better prepared for future events, given that they are increasing in severity and frequency, is the most important question. I'm very mindful that we're spending public dollars, and just simply rebuilding back to the state that we were in previously is a recipe for future costs. And we know that every dollar we invest in prevention
can reduce the cost of recovery by as much as $10. And so this is also an investment in not only future resiliency, but in cost avoidance, significant cost avoidance. And so it's one of the reasons we're working with the province and working with First Nations leadership and traditional knowledge and our municipal and regional partners. We want to make sure that as we recover and provide funding for that recovery, that there's an investment in resiliency at the same time. And that requires us to reflect on things like building codes and where we build as well. And one of the things that we are working with the provinces and municipalities with is the development of what we call a flood risk portal, so that people can make informed decisions. For example, if they're on a floodplain, as to whether or not it's safe to rebuild there, or whether or not they need to build in a different way. ਸੂਬੇ ਅਤੇ ਟੈਰੀਟਰੀਜ਼ ਨੂੰ ਜੋ ਹੈਲਥ ਕੇਅਰ ਫੰਡਿੰਗ ਦਿੱਤੀ ਜਾਣੀ ਹੈ, ਇਸ ਨੂੰ ਲੈ ਕੇ ਮੰਤਰੀਆਂ ਵੱਲੋਂ ਤਾਜ਼ਾ ਅਪਡੇਟ ਜਾਰੀ ਕੀਤੀ ਗਈ। ਦੱਸ ਦਈਏ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੁਝ ਹਫ਼ਤੇ ਪਹਿਲਾਂ ਐਲਾਨ ਕੀਤਾ ਗਿਆ ਸੀ ਕਿ ਸੂਬੇ ਅਤੇ ਟੈਰੀਟਰੀਜ਼ ਨੂੰ ਜੋ ਫੰਡਿੰਗ ਦਿੱਤੀ ਜਾਂਦੀ ਹੈ ਉਸ ਦੇ ਵਿੱਚ ਹੁਣ ਵਾਧਾ ਕੀਤਾ ਜਾਵੇਗਾ। ਇੱਕ ਪ੍ਰਸਤਾਵ ਵੀ ਉਹਨਾਂ ਵੱਲੋਂ ਲਿਆਂਦਾ ਗਿਆ ਜਿਸ ਨੂੰ ਸੂਬਿਆਂ ਵੱਲੋਂ ਮਨਜ਼ੂਰ ਕਰ ਲਿਆ ਗਿਆ ਤੇ ਇਸ ਬਾਰੇ ਹੁਣ ਤਾਜ਼ਾ ਕੀ ਅਪਡੇਟ ਸਾਹਮਣੇ ਆਈ ਹੈ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਸੂਬੇ ਅਤੇ ਟੈਰੀਟਰੀਜ਼ ਨੂੰ ਜੋ ਹੈਲਥ ਕੇਅਰ ਇਨਵੈਸਟਮੈਂਟ ਜਾਰੀ ਕੀਤੀ ਜਾਣੀ ਹੈ, ਇਸ ਮੁੱਦੇ ਦੇ ਉੱਪਰ ਕੈਨੇਡੀਅਨ ਹੈਲਥ ਮਿਨਿਸਟਰ ਅਤੇ ਇੰਟਰ ਗਵਰਨਮੈਂਟਲ ਅਫੇਅਰ ਮਿਨਿਸਟਰ ਜਾਣਕਾਰੀ ਸਾਂਝੀ ਕਰਦੇ ਹੋਏ ਦਿਖਾਈ ਦਿੱਤੇ। ਦੱਸ ਦਈਏ ਕਿ 2 ਹਫ਼ਤੇ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਐਲਾਨ ਕਰਦਿਆਂ ਕਿਹਾ ਗਿਆ ਕਿ ਸੂਬੇ ਅਤੇ ਟੈਰੀਟਰੀ ਨੂੰ ਜੋ ਹੈਲਥ ਕੇਅਰ ਫੰਡਿੰਗ ਦਿੱਤੀ ਜਾਂਦੀ ਹੈ ਉਸ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਤੇ ਹੁਣ ਇਸ ਬਾਰੇ ਤਾਜ਼ਾ ਅਪਡੇਟ ਸਾਹਮਣੇ ਆਈ ਜਿਸ ਬਾਰੇ ਮੰਤਰੀ ਡਿਟੇਲ ਦਿੰਦੇ ਹੋਏ ਦਿਖਾਈ ਦਿੱਤੇ ਨੇ। As Jean-Yves said, we finished, I think, a very positive meeting with the 2 ministers from the government of Quebec. This is our 13th provincial and territorial capital that Jean-Yves and I have visited in the last 9 or 10 days. We've had considerable success, we think, in other provincial and territorial capitals, as we did, we think, this afternoon in Quebec. Today we announced 5 agreements in principle with the province of Ontario and the 4 Atlantic provinces. We're also positive that we will add to that list other provinces and territories next week. And these agreements are about working together to strengthen the outcomes and the results for patients and for Canadians is in the 13 different provincial and territorial capitals over the last 10 days. There's a great deal in common. And what we heard today from the Quebec ministers in many respects, if not in every respect, resembles what we've heard in some of, if not most of, the other meetings we've had with premiers and ministers over the last 10 days. So the deliberate desire, and Mr. Trudeau shared this with the other First Ministers in Ottawa a little over 2 weeks ago, the deliberate intention was to structure bilateral agreements that would be flexible enough within the common priorities that all governments shared to meet the needs of a particular jurisdiction, in this case Quebec. Yesterday it was Prince Edward Island and New Brunswick, and last week it was the other 10 jurisdictions. So the needs in many cases are similar. The solutions are not different in some cases from one jurisdiction to another. But we've deliberately designed a process that would be flexible enough. ਅਮਰੀਕਾ ਦੇ ਕਈ ਥਾਵਾਂ ਦੇ ਉੱਪਰ ਬਰਫੀਲੇ ਤੂਫਾਨ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਉਡਾਨਾਂ ਪ੍ਰਭਾਵਿਤ ਹੋਈਆਂ ਨੇ ਤੇ ਕਈ ਥਾਵਾਂ ਦੇ ਉੱਪਰ ਸਕੂਲ ਬੰਦ ਕਰ ਦਿੱਤੇ ਗਏ। ਇਸ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਲੋਕ ਬਿਨਾਂ ਬਿਜਲੀ ਦੇ ਰਹਿਣ ਲਈ ਮਜਬੂਰ ਨੇ। ਕ੍ਰੂਜ਼ ਲਗਾਤਾਰ ਆਪਣੇ ਕੰਮ ਵਿੱਚ ਜੁਟੀਆਂ ਹੋਈਆਂ ਨੇ। ਕੈਲੀਫੋਰਨੀਆ ਵਾਸਤੇ ਵੀ ਮੌਸਮ ਸੰਬੰਧੀ ਚੇਤਾਵਨੀ ਜਾਰੀ ਕੀਤੀ ਗਈ। ਅਮਰੀਕਾ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਬਰਫੀਲੇ ਤੂਫਾਨ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਬਿਜਲੀ ਸਪਲਾਈ ਠੱਪ ਹੋ ਗਈ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਬਿਨਾਂ ਬਿਜਲੀ ਦੇ ਰਹਿਣ ਲਈ ਮਜਬੂਰ ਹੋ ਰਹੇ ਹਨ। ਮੌਸਮ ਵਿਭਾਗ ਵੱਲੋਂ ਲਗਾਤਾਰ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿੱਥੇ ਕੈਲੀਫੋਰਨੀਆ ਵਾਸਤੇ ਵੀ ਚੇਤਾਵਨੀ ਜਾਰੀ ਕਰ ਦਿੱਤੀ ਗਈ। ਸਟੇਟ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਵਾਇਓਮਿੰਗ ਦੇ ਵਿੱਚ ਇਸ ਸਮੇਂ ਰਸਤਿਆਂ ਦੇ ਉੱਪਰ ਜਾਣਾ ਸੁਰੱਖਿਅਤ ਨਹੀਂ ਹੋਵੇਗਾ। ਜੇਕਰ ਕੋਈ ਉੱਥੇ ਡਰਾਈਵਰ ਜਾ ਰਿਹਾ ਤਾਂ ਉਹ ਖਾਸ ਤੌਰ ਤੇ ਉੱਪਰ ਖਿਆਲ ਰੱਖੇ। ਵੈਦਰ ਸਰਵਿਸ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਕਈ ਥਾਵਾਂ ਦੇ ਉੱਪਰ 2 ਇੰਚ ਤੱਕ ਸਨੋ ਪੈਣ ਦੀ ਸੰਭਾਵਨਾ ਹੈ ਤੇ ਕਈ ਥਾਵਾਂ ਦੇ ਉੱਪਰ 6 ਤੋਂ 8 ਇੰਚ ਸਨੋ ਪੈਣ ਦੀ ਵੀ ਗੱਲ ਕਹੀ ਜਾ ਰਹੀ ਹੈ। ਇਹ ਜਾਣਕਾਰੀ ਉਹਨਾਂ ਵੱਲੋਂ ਪੋਰਟਲੈਂਡ ਦੇ ਬਾਰੇ ਸਾਂਝੀ ਕੀਤੀ ਗਈ। ਮੌਸਮ ਦੇ ਅਜਿਹੇ ਹਾਲਾਤ ਸੈਕਰਾਮੈਂਟੋ ਦੇ ਵਿੱਚ ਦੇਖਣ ਨੂੰ ਵੀ ਮਿਲ ਰਹੇ ਨੇ। ਇਸ ਤੋਂ ਇਲਾਵਾ ਦੱਸਿਆ ਗਿਆ ਹੈ ਕਿ ਮਿਸ਼ੀਗਨ ਵਿੱਚ 8,20,000 ਗ੍ਰਾਹਕ ਬਿਨਾਂ ਬਿਜਲੀ ਦੇ ਰਹਿ ਰਹੇ ਹਨ। ਅਜਿਹੇ ਹਾਲਾਤ ਕੈਲੀਫੋਰਨੀਆ, ਓਰੇਗਨ, ਇਲੀਨੋਇਸ, ਮਿਸ਼ੀਗਨ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੇ ਨੇ ਜਿਸ ਬਾਰੇ poweroutage.us ਵੱਲੋਂ ਲਗਾਤਾਰ ਅਪਡੇਟ ਜਾਰੀ ਕੀਤੀ ਜਾ ਰਹੀ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਜਲੀ ਠੀਕ ਕਰਨ ਸੰਬੰਧੀ ਉਹਨਾਂ ਵੱਲੋਂ ਕੰਮ ਕੀਤਾ ਜਾ ਰਿਹਾ ਹੈ। 에ਅਰਪੋਰਟ ਤੋਂ ਇਸ ਬਾਰੇ ਜੋ ਜਾਣਕਾਰੀ ਸਾਹਮਣੇ ਆਈ, ਉੱਥੇ ਦੱਸਿਆ ਗਿਆ ਕਿ ਵੱਡੀ ਗਿਣਤੀ ਦੇ ਵਿੱਚ ਉਡਾਨਾਂ ਨੂੰ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਰੱਦ ਕਰਨਾ ਪੈ ਗਿਆ। ਵੀਰਵਾਰ ਦੁਪਹਿਰ ਵੇਲੇ 2000 ਦੇ ਕਰੀਬ ਉਡਾਨਾਂ ਨੂੰ ਰੱਦ ਕੀਤਾ ਗਿਆ। ਫਲਾਈਟ ਅਵੇਅਰ ਵੱਲੋਂ ਉਡਾਨਾਂ ਦੇ ਬਾਰੇ ਸਮੇਂ-ਸਮੇਂ ਤੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ 14000 ਦੇ ਕਰੀਬ ਉਡਾਨਾਂ ਦੇਸ਼ ਦੇ ਵਿੱਚ ਦੇਰੀ ਨਾਲ ਚੱਲ ਰਹੀਆਂ ਨੇ, ਜਿਸ ਬਾਰੇ ਦੱਸਿਆ ਗਿਆ। ਮੌਸਮ ਦੇ ਇਹਨਾਂ ਹਾਲਾਤਾਂ ਦੇ ਬਾਰੇ ਵਿਭਾਗ ਵੱਲੋਂ ਵੈਬਸਾਈਟ ਦੇ ਉੱਪਰ ਲਗਾਤਾਰ ਅਪਡੇਟ ਜਾਰੀ ਕੀਤੀ ਜਾ ਰਹੀ ਹੈ। ਅਮਰੀਕਾ ਵਿੱਚ ਇਮੀਗ੍ਰੇਸ਼ਨ ਦੇ ਨਾਲ ਜੁੜਿਆ ਹੋਇਆ ਵੱਡਾ ਐਲਾਨ ਹੋਇਆ, ਜਿੱਥੇ ਦੱਸਿਆ ਗਿਆ ਕਿ ਕਿੰਨੇ ਰਿਫਿਊਜੀਆਂ ਦਾ ਸਵਾਗਤ ਕੀਤਾ ਗਿਆ। ਰਾਸ਼ਟਰਪਤੀ ਜੋ ਬਾਈਡਨ ਵੱਲੋਂ ਦੱਸਿਆ ਗਿਆ ਕਿ ਯੂਕਰੇਨ ਦੇ ਨਾਲ ਸੰਬੰਧਿਤ ਰਿਫਿਊਜੀ 1 ਲੱਖ ਤੋਂ ਵੱਧ ਅਮਰੀਕਾ ਦੇ ਵਿੱਚ ਆ ਚੁੱਕੇ ਨੇ, ਜਿਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਤੋਂ ਇਲਾਵਾ ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਬਹੁਤ ਸਾਰੇ ਲੋਕ ਯੂਰਪ ਦੇ ਵਿੱਚ ਰਹਿਣਾ ਚਾਹੁੰਦੇ ਨੇ। ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਅਮਰੀਕਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਰਾਸ਼ਟਰਪਤੀ ਬਾਈਡਨ ਵੱਲੋਂ ਕਿੰਨਾ ਦਾ ਸਵਾਗਤ ਕੀਤਾ ਗਿਆ, ਇਸ ਬਾਰੇ ਦੱਸਿਆ ਗਿਆ। ਮੌਜੂਦਾ ਸਮੇਂ ਅਮਰੀਕਾ ਦਾ ਇਮੀਗ੍ਰੇਸ਼ਨ ਪ੍ਰੋਸੈਸ ਕਾਫੀ ਹੌਲੀ ਹੈ। ਫਾਈਲਾਂ ਲਗਾਉਣ ਵਾਲਿਆਂ ਨੂੰ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ, ਪਰ ਅਜਿਹੇ ਵਿੱਚ ਕਈ ਯੂਕਰੇਨ ਨਾਲ ਸੰਬੰਧਿਤ ਲੋਕਾਂ ਦਾ ਰਾਸ਼ਟਰਪਤੀ ਬਾਈਡਨ ਦੀ ਸਰਕਾਰ ਵੱਲੋਂ ਸਵਾਗਤ ਕੀਤਾ ਗਿਆ ਹੈ। ਜੀ ਹਾਂ, ਯੂਕਰੇਨ ਅਤੇ ਰੂਸ ਦੀ ਜਿਸ ਵੇਲੇ ਤੋਂ ਜੰਗ ਲੱਗੀ ਹੋਈ ਹੈ, ਉਦੋਂ ਤੋਂ ਹੀ ਕਈ ਯੂਕਰੇਨ ਦੇ ਨਾਲ ਸੰਬੰਧਿਤ ਲੋਕ ਅਮਰੀਕਾ ਵਿੱਚ ਆ ਰਹੇ ਨੇ। ਹੁਣ ਤੱਕ 1 ਲੱਖ ਯੂਕਰੇਨੀਅਨਸ ਦਾ ਦੇਸ਼ ਵਿੱਚ ਸਵਾਗਤ ਕੀਤਾ ਜਾ ਚੁੱਕਿਆ ਹੈ। ਇਸ ਬਾਰੇ ਗੱਲ ਕਰਦਿਆਂ ਰਾਸ਼ਟਰਪਤੀ ਬਾਈਡਨ ਵੱਲੋਂ ਕਿਹਾ ਗਿਆ ਕਿ ਬਹੁਤ ਸਾਰੇ ਯੂਕਰੇਨ ਦੇ ਰਿਫਿਊਜੀ ਚਾਹੁੰਦੇ ਨੇ ਕਿ ਉਹ ਯੂਰਪ ਦੇ ਵਿੱਚ ਰਹਿਣ, ਕਿਉਂਕਿ ਉਹ ਆਪਣੇ ਘਰ ਦੇ ਨੇੜੇ ਰਹਿਣਾ ਪਸੰਦ ਕਰਦੇ ਨੇ। ਰਾਸ਼ਟਰਪਤੀ ਬਾਈਡਨ ਦਾ ਕਹਿਣਾ ਹੈ ਕਿ ਉਹਨਾਂ ਦਾ ਮਕਸਦ ਹੈ ਕਿ ਇਹਨਾਂ ਲੋਕਾਂ ਨੂੰ ਉਹਨਾਂ ਦੇ ਪਰਿਵਾਰਾਂ ਨਾਲ ਮਿਲਾਇਆ ਜਾਵੇ, ਜਿਸ ਸੰਬੰਧੀ 1 ਲੱਖ ਦੇ ਕਰੀਬ ਲੋਕਾਂ ਦਾ ਸਵਾਗਤ ਕੀਤਾ ਜਾ ਚੁੱਕਿਆ ਹੈ। ਦੱਸ ਦਈਏ ਕਿ ਰਾਸ਼ਟਰਪਤੀ ਬਾਈਡਨ ਵੱਲੋਂ 2,71,000 ਯੂਕਰੇਨ ਦੇ ਰਿਫਿਊਜੀਆਂ ਦਾ ਸਵਾਗਤ ਕਰਨ ਦਾ ਟਾਰਗੇਟ ਰੱਖਿਆ ਗਿਆ ਸੀ, ਜਿਸ ਨੂੰ ਪੂਰਾ ਕਰਦੇ ਹੋਏ ਉਹ ਦਿਖਾਈ ਦੇ ਰਹੇ ਨੇ। ਇਸ ਬਾਰੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੱਲੋਂ ਵੀ ਲਗਾਤਾਰ ਅਪਡੇਟ ਜਾਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਟੂਰਿਸਟ ਵੀਜ਼ਾ ਦੇ ਉੱਪਰ ਵੀ ਆਏ ਹਨ। ਅੰਕੜੇ ਦੱਸਦੇ ਨੇ ਕਿ 1,15,000 ਲੋਕ ਅਜਿਹੇ ਹਨ ਜੋ ਕਿ ਯੂਐਸ ਦੇ ਵਿੱਚ ਯੂਨਾਈਟਿੰਗ ਫॉर ਯੂਕਰੇਨ ਦੇ ਤਹਿਤ ਆਏ ਤੇ 32,000 ਦੇ ਕਰੀਬ ਅਜਿਹੇ ਹਨ ਜਿਹੜੇ ਕਿ ਹੋਰ ਕਿਸੇ ਪ੍ਰੋਗਰਾਮ ਦੇ ਰਾਹੀਂ ਅਮਰੀਕਾ ਵਿੱਚ ਦਾਖਲ ਹੋਏ ਹਨ। ਇਸ ਤੋਂ ਇਲਾਵਾ ਦੱਸਿਆ ਗਿਆ ਕਿ 1 ਅਕਤੂਬਰ 2021 ਤੋਂ ਲੈ ਕੇ 31 ਜਨਵਰੀ 2023 ਤੱਕ 2000 ਦੇ ਕਰੀਬ ਯੂਕਰੇਨ ਦੇ ਨਾਲ ਸੰਬੰਧਿਤ ਯੂਐਸ ਵਿੱਚ ਰਿਫਿਊਜੀ ਦਾਖਲ ਹੋਏ ਨੇ। ਸਕੂਲ ਦੇ ਨੇੜੇ ਗੋਲੀਆਂ ਚੱਲੀਆਂ, ਜਿੱਥੇ 7 ਜਣੇ ਜ਼ਖਮੀ ਹੋਏ। ਇਹਨਾਂ ਵਿੱਚ ਜ਼ਿਆਦਾਤਰ ਟੀਨੇਜਰ ਸ਼ਾਮਿਲ ਨੇ। ਬਹੁਤਿਆਂ ਦੀ ਹਾਲਤ ਇਸ ਸਮੇਂ ਸਥਿਰ ਬਣੀ ਹੋਈ ਹੈ ਤੇ ਲਗਾਤਾਰ ਅਪਡੇਟ ਵੀ ਪੁਲਿਸ ਵਿਭਾਗ ਵੱਲੋਂ ਜਾਰੀ ਕੀਤੀ ਜਾ ਰਹੀ ਹੈ। ਫਿਲਹਾਲ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇੱਥੇ ਗੋਲੀਆਂ ਕਿਸ ਵੱਲੋਂ ਤੇ ਕਿਹੜੇ ਕਾਰਨ ਚਲਾਈਆਂ ਗਈਆਂ। ਖਬਰ ਫਿਲਾਡੈਲਫੀਆ ਤੋਂ ਸਾਹਮਣੇ ਆਈ, ਜਿੱਥੇ ਸਕੂਲ ਦੇ ਨੇੜੇ ਗੋਲੀਆਂ ਚੱਲੀਆਂ। ਗੋਲੀ ਲੱਗਣ ਕਾਰਨ 7 ਜ਼ਖਮੀ ਦੱਸੇ ਜਾ ਰਹੇ ਨੇ। ਇਹਨਾਂ 7 ਪੀੜਤਾਂ ਵਿੱਚ 2 ਸਾਲਾਂ ਦਾ ਇੱਕ ਬੱਚਾ ਵੀ ਸ਼ਾਮਲ ਹੈ। ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਹੁਣ ਤੱਕ ਦੀ ਅਪਡੇਟ ਦੇ ਵਿੱਚ ਉਹਨਾਂ ਵੱਲੋਂ ਕੁਝ ਗੱਲਾਂ ਦੀ ਸਾਂਝ ਪਾਈ ਗਈ ਹੈ। ਫਿਲਾਡੈਲਫੀਆ ਪੁਲਿਸ ਦਾ ਕਹਿਣਾ ਹੈ ਕਿ ਗੋਲੀਬਾਰੀ ਦੀ ਘਟਨਾ ਵਿੱਚ 7 ਜਣੇ ਜ਼ਖਮੀ ਹੋਏ ਨੇ, ਜਿਸ ਵਿੱਚ 5 ਟੀਨੇਜਰ ਤੇ 2 ਸਾਲਾਂ ਦੀ ਇੱਕ ਲੜਕੀ ਸ਼ਾਮਲ ਹੈ। ਗੋਲੀ ਲੱਗਣ ਕਾਰਨ ਇਹਨਾਂ ਨੂੰ ਸੱਟਾਂ ਆਈਆਂ ਨੇ। ਪੁਲਿਸ ਅਧਿਕਾਰੀਆਂ ਵੱਲੋਂ ਇਸ ਬਾਰੇ ਹੋਰ ਅਪਡੇਟ ਜਾਰੀ ਕਰਦਿਆਂ ਦੱਸਿਆ ਗਿਆ ਕਿ 2 ਸਾਲ ਦੀ ਬੱਚੀ ਮੌਜੂਦਾ ਸਮੇਂ ਸਥਿਰ ਹਾਲਤ ਦੇ ਵਿੱਚ ਹੈ। ਇਸ ਤੋਂ ਇਲਾਵਾ ਜਿਹੜੇ 5 ਟੀਨੇਜਰ ਲੜਕੇ ਜ਼ਖਮੀ ਹੋਏ, ਉਹਨਾਂ ਨੂੰ ਵੀ ਹਸਪਤਾਲ ਭਰਤੀ ਕਰਵਾਇਆ ਗਿਆ। ਇਸ ਦੇ ਨਾਲ ਹੀ ਦੱਸਿਆ ਗਿਆ ਹੈ ਕਿ 15 ਸਾਲਾ ਇੱਕ ਟੀਨੇਜਰ ਗੰਭੀਰ ਹਾਲਤ ਦੇ ਵਿੱਚ ਹੈ। ਅਧਿਕਾਰੀਆਂ ਦੇ ਦੱਸਣ ਮੁਤਾਬਕ 7ਵੀਂ ਪੀੜਤ 31 ਸਾਲਾ ਔਰਤ ਹੈ, ਜਿਸ ਦੀ ਵੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਫਿਲਹਾਲ ਇਸ ਗੋਲੀਬਾਰੀ ਦੇ ਮਾਮਲੇ ਵਿੱਚ ਅਜੇ ਕੋਈ ਵੀ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਨਹੀਂ ਪਤਾ ਲੱਗਾ ਕਿ ਇਸ ਗੋਲੀਬਾਰੀ ਦੇ ਮਾਮਲੇ ਦਾ ਕੀ ਕਾਰਨ ਸੀ। ਪੁਲਿਸ ਅਧਿਕਾਰੀਆਂ ਵੱਲੋਂ ਅਜੇ ਪੀੜਤਾਂ ਦੀ ਪਹਿਚਾਣ ਜਾਂ ਫਿਰ ਉਹਨਾਂ ਬਾਰੇ ਕੋਈ ਬਹੁਤੀ ਜਾਣਕਾਰੀ ਜਨਤਕ ਨਹੀਂ ਕੀਤੀ ਗਈ। ਫਿਲਹਾਲ ਇਸ ਸੰਬੰਧੀ ਵਧੇਰੇ ਜਾਂਚ ਪੜਤਾਲ ਜਾਰੀ ਹੈ, ਜਿਸ ਤੋਂ ਬਾਅਦ ਅਗਲੀ ਅਪਡੇਟ ਜਾਰੀ ਕੀਤੀ ਜਾਵੇਗੀ। ਮੌਸਮ ਕਾਰਨ ਕਈ ਸਕੂਲ ਰੱਦ ਹੋਏ ਨੇ, ਕਈ ਸਕੂਲ ਬੰਦ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਅਮਰੀਕਾ ਦੇ ਅਲੱਗ-ਅਲੱਗ ਹਿੱਸੇ ਮੌਸਮ ਸੰਬੰਧੀ ਜੋ ਪ੍ਰਭਾਵਿਤ ਹੋਏ ਨੇ, ਇਸ ਦੀ ਵਿਭਾਗ ਵੱਲੋਂ ਲਗਾਤਾਰ ਅਪਡੇਟ ਜਾਰੀ ਕੀਤੀ ਜਾ ਰਹੀ ਹੈ। ਹੁਣ ਕਿਹੜੀਆਂ ਥਾਵਾਂ ਦੇ ਉੱਪਰ ਸਕੂਲਾਂ ਨੂੰ ਬੰਦ ਕੀਤਾ ਗਿਆ, ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਕਈ ਥਾਵਾਂ ਦੇ ਉੱਪਰ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਸਕੂਲਾਂ ਨੂੰ ਬੰਦ ਕਰ ਦਿੱਤਾ। ਅਪਡੇਟ ਕਲੋਵਰਡੇਲ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਸਟਾਰਮ ਦੇ ਕਾਰਨ ਕਲਾਸਿਸ ਨੂੰ ਰੱਦ ਕਰ ਦਿੱਤਾ ਗਿਆ। ਇਸ ਬਾਰੇ ਦੱਸਿਆ ਗਿਆ ਹੈ ਕਿ ਕਲੋਵਰਡੇਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਵੱਲੋਂ ਸਾਰੇ ਹੀ ਸਕੂਲਾਂ ਨੂੰ ਮੌਸਮ ਦੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਰੱਦ ਕਰ ਦਿੱਤਾ ਗਿਆ।
ਇਸ ਬਾਰੇ ਸਨੋਮਾ ਕਾਉਂਟੀ ਸਕੂਲ ਆਫੀਸ਼ੀਅਲਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ। ਦੱਸ ਦਈਏ ਕਿ ਸਟ੍ਰੋਮ ਕਾਰਨ ਕਈ ਹਿੱਸੇ ਪ੍ਰਭਾਵਿਤ ਹੋਏ ਨੇ, ਕਈ ਥਾਵਾਂ ਦੇ ਉੱਪਰ ਸਨੋ ਪੈਣ ਦੀ ਸੰਭਾਵਨਾ ਹੈ ਤੇ ਕਈ ਥਾਵਾਂ ਦੇ ਉੱਪਰ ਤੇਜ਼ ਹਵਾਵਾਂ ਚੱਲ ਰਹੀਆਂ ਨੇ। ਮੌਜੂਦਾ ਸਮੇਂ ਜੋ ਸਥਿਤੀ ਬਣੀ ਹੋਈ ਹੈ, ਅਜਿਹੇ ਵਿੱਚ ਬਹੁਤ ਸਾਰੇ ਲੋਕ ਬਿਨਾਂ ਬਿਜਲੀ ਦੇ ਰਹਿਣ ਵਾਸਤੇ ਵੀ ਮਜਬੂਰ ਨੇ। ਕੈਲੀਫੋਰਨੀਆ ਵਾਸਤੇ ਵੀ ਮੌਸਮ ਸੰਬੰਧੀ ਚੇਤਾਵਨੀ ਜਾਰੀ ਕੀਤੀ ਗਈ ਹੈ। ਹੁਣ ਕਈ ਥਾਵਾਂ ਦੇ ਉੱਪਰ ਸਕੂਲ ਬੰਦ ਕੀਤੇ ਗਏ ਤੇ ਕਈ ਉਡਾਨਾਂ ਵੀ ਇਸ ਕਾਰਨ ਪ੍ਰਭਾਵਿਤ ਹੋਈਆਂ। ਮੌਸਮ ਦੇ ਇਹਨਾਂ ਹਾਲਾਤਾਂ ਦੇ ਬਾਰੇ ਮੌਸਮ ਵਿਭਾਗ ਵੱਲੋਂ ਸਮੇਂ-ਸਮੇਂ ਤੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ, ਜਿੱਥੇ ਉਹਨਾਂ ਵੱਲੋਂ ਹਦਾਇਤਾਂ ਵੀ ਦਿੱਤੀਆਂ ਗਈਆਂ ਤੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਮੌਸਮ ਦੀ ਜਾਣਕਾਰੀ ਟਵਿੱਟਰ ਦੇ ਉੱਪਰ ਵੀ ਹਾਸਲ ਕੀਤੀ ਜਾਂਦੀ ਰਹੇ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਨਵਾਂ ਓਪਨ ਵਰਕ ਪਰਮਿਟ ਸ਼ੁਰੂ, ਈਰਾਨ ਵਾਲਿਆਂ ਨੂੰ ਮਿਲੇਗੀ ਮਦਦ। ਇਮੀਗ੍ਰੇਸ਼ਨ ਬਾਰੇ ਹੋਇਆ ਵੱਡਾ ਐਲਾਨ, ਜਾਣੋ ਕਿਹਨਾਂ ਨੂੰ ਮਿਲੇਗਾ ਇਸ ਦਾ ਫਾਇਦਾ। ਕੈਨੇਡਾ ਵਾਸੀਆਂ ਦੇ ਖਬਰਾਂ ਦੇਖਣ ਤੇ ਰੋਕ, ਗੂਗਲ ਦਾ ਵੱਡਾ ਬਿਆਨ ਆਇਆ ਸਾਹਮਣੇ। ਈਰਾਨ ਤੋਂ ਕੈਨੇਡਾ ਆਉਣ ਵਾਲਿਆਂ ਲਈ ਐਲਾਨ ਮੰਤਰੀ ਨੇ ਦਿੱਤੀ ਇਸ ਦੀ ਜਾਣਕਾਰੀ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।